ਸਤਿ ਸ਼੍ਰੀ ਅਕਾਲ। ਅੱਜ ਦਾ ਆਪਣਾ ਵਿਸ਼ਾ ਹੈ ਕਾਸਟ ਅਕਾਊਂਟੈਂਸੀ। ਹੁਣ ਨਾ ਸੁਣ ਕੇ ਲੱਗਦਾ ਹੋਣਾ ਕਿ ਇਹ ਕੋਈ ਬੋਰਿੰਗ ਅਕਾਊਂਟਿੰਗ ਦਾ ਟੌਪਿਕ ਹੋਣਾ, ਪਰ ਇੱਕ ਮਿੰਟ ਰੁਕੋ। ਇਸ ਨੂੰ ਸਿਰਫ ਹਿਸਾਬ-ਕਿਤਾਬ ਸਮਝਣ ਦੀ ਗਲਤੀ ਬਿਲਕੁਲ ਨਾ ਕਰਿਓ। ਸੱਚ ਤਾਂ ਇਹ ਹੈ ਕਿ ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਔਜ਼ਾਰ ਹੈ, ਇੱਕ ਅਜਿਹਾ ਔਜ਼ਾਰ ਜੋ ਕਿਸੇ ਵੀ ਕਾਰੋਬਾਰ ਦੀ ਪੂਰੀ ਤਸਵੀਰ ਬਦਲ ਸਕਦਾ ਹੈ। ਤਾਂ ਆਓ ਇੱਕ ਬਹੁਤ ਹੀ ਬੁਨਿਆਦੀ ਜਿਹੇ ਸਵਾਲ ਤੋਂ ਸ਼ੁਰੂਆਤ ਕਰੀਏ। ਜ਼ਰਾ ਸੋਚੋ ਕਿ ਕੋਈ ਵੀ ਕਾਰੋਬਾਰ ਸੱਚਮੁੱਚ ਬਿਲਕੁਲ ਸਹੀ ਜਾਣਦਾ ਹੈ ਕਿ ਉਹ ਜੋ ਚੀਜ਼ ਬਣਾ ਰਿਹਾ ਹੈ ਜਾਂ ਜੋ ਸੇਵਾ ਦੇ ਰਿਹਾ ਹੈ ਉਸ ਤੇ ਅਸਲ 'ਚ ਖਰਚਾ ਕਿੰਨਾ ਆ ਰਿਹਾ। ਕਈ ਵਾਰ ਬਹੁਤ ਸਾਰੇ ਛੋਟੇ-ਮੋਟੇ ਖਰਚੇ ਹੁੰਦੇ ਨੇ ਜੋ ਨਜ਼ਰ 'ਚ ਨਹੀਂ ਆਉਂਦੇ, ਤੇ ਇਹੀ ਛੁਪੇ ਹੋਏ ਖਰਚੇ ਸਾਰੀ ਤਸਵੀਰ ਨੂੰ ਧੁੰਦਲਾ ਕਰ ਦਿੰਦੇ ਹਨ। ਤੇ ਬਸ ਇੱਥੇ ਹੀ ਕਾਸਟ ਅਕਾਊਂਟੈਂਸੀ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਇਹ ਕੋਈ ਸਾਧਾਰਨ ਹਿਸਾਬ-ਕਿਤਾਬ ਨਹੀਂ ਹੈ, ਇਹ ਤਾਂ ਇੱਕ ਪੂਰੀ ਪ੍ਰਣਾਲੀ ਹੈ, ਇੱਕ ਅਜਿਹਾ ਸਿਸਟਮ ਜੋ ਖਰਚਿਆਂ ਦੇ ਖਿਲਰੇ ਹੋਏ ਅੰਕੜਿਆਂ ਨੂੰ ਲੈਂਦਾ ਹੈ ਅਤੇ ਉਸ ਨੂੰ ਇੱਕ ਸਾਫ਼-ਸੁਥਰੀ ਕੰਮ ਦੀ ਜਾਣਕਾਰੀ ਵਿੱਚ ਬਦਲ ਦਿੰਦਾ ਹੈ। ਅਜਿਹੀ ਜਾਣਕਾਰੀ ਜਿਸ ਦੇ ਆਧਾਰ ਤੇ ਵੱਡੇ-ਵੱਡੇ ਫੈਸਲੇ ਲਏ ਜਾ ਸਕਦੇ ਨੇ। ਤਾਂ ਸਵਾਲ ਇਹ ਹੈ ਕਿ ਇਹ ਪੂਰਾ ਸਿਸਟਮ ਕੰਮ ਕਿਵੇਂ ਕਰਦਾ ਹੈ। ਚਲੋ ਦੇਖਦੇ ਹਾਂ। ਸਭ ਤੋਂ ਪਹਿਲਾ ਕਦਮ ਹੈ ਲਾਗਤਾਂ ਦਾ ਪਤਾ ਲਗਾਉਣਾ। ਇਸ ਨੂੰ ਤੁਸੀਂ ਵਿੱਤੀ ਸਪਸ਼ਟਤਾ ਦੀ ਨੀਂਹ ਕਹਿ ਸਕਦੇ ਹੋ। ਇਸ ਤੋਂ ਬਿਨਾਂ ਅੱਗੇ ਵਧਣਾ ਨਾਮੁਮਕਿਨ ਹੈ। ਇਹ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ। ਇਸ ਵਿੱਚ ਹਰ ਇੱਕ ਲਾਗਤ ਹਰ ਇੱਕ ਪੈਸੇ ਦੇ ਖਰਚੇ ਨੂੰ ਇਕੱਠਾ ਕੀਤਾ ਜਾਂਦਾ ਹੈ, ਉਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਮਾਪਿਆ ਜਾਂਦਾ ਹੈ। ਸਿੱਧੇ ਸ਼ਬਦਾਂ ਵਿੱਚ ਕੰਪਨੀ ਦਾ ਪੈਸਾ ਆਖਿਰ ਜਾ ਕਿੱਥੇ ਰਿਹਾ ਹੈ, ਇਸ ਸਵਾਲ ਦਾ ਜਵਾਬ ਇੱਥੇ ਲੱਭਿਆ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਨੂੰ ਆਪਾਂ 3 ਸੌਖੇ ਹਿੱਸਿਆਂ ਵਿੱਚ ਵੇਖ ਸਕਦੇ ਹਾਂ। ਪਹਿਲਾਂ ਸਾਰੇ ਖਰਚਿਆਂ ਨੂੰ ਇਕੱਠਾ ਕਰਕੇ ਉਹਨਾਂ ਦਾ ਵਿਸ਼ਲੇਸ਼ਣ ਕਰੋ। ਇਹ ਪਹਿਲਾ ਕੰਮ ਹੈ। ਦੂਜਾ, ਉਤਪਾਦਨ ਦੇ ਵੱਖ-ਵੱਖ ਪੜਾਵਾਂ ਨੂੰ ਮਾਪੋ, ਕਿਹੜੇ ਸਟੇਜ ਤੇ ਕੀ ਹੋ ਰਿਹਾ ਹੈ। ਤੇ ਤੀਜਾ ਤੇ ਆਖਰੀ, ਉਹਨਾਂ ਖਰਚਿਆਂ ਨੂੰ ਸਿੱਧਾ ਉਤਪਾਦਨ ਨਾਲ ਜੋੜ ਦਿਓ, ਬਿਲਕੁਲ ਇੱਕ ਜਾਸੂਸ ਦੇ ਕੰਮ ਵਾਂਗ ਸਾਰੇ ਸੁਰਾਗ ਇਕੱਠੇ ਕਰਕੇ ਕੇਸ ਨੂੰ ਸੁਲਝਾਉਣਾ। ਅੱਛਾ, ਹੁਣ ਇੱਥੇ ਕੁਝ ਸ਼ਬਦ ਨੇ ਜਿਵੇਂ ਸਿਸਟਮ, ਤਰੀਕੇ, ਤਕਨੀਕਾਂ। ਇਹ ਸੁਣਨ 'ਚ ਥੋੜੇ ਔਖੇ ਲੱਗ ਸਕਦੇ ਨੇ, ਪਰ ਘਬਰਾਓ ਨਾ। ਇਹਨਾਂ ਨੂੰ ਬਸ ਇੱਕ ਟੂਲ ਬਾਕਸ ਤੇ ਵੱਖ-ਵੱਖ ਔਜ਼ਾਰਾਂ ਵਾਂਗ ਸਮਝੋ। ਸਿਸਟਮ ਸਾਨੂੰ ਦੱਸਦੇ ਨੇ ਕਿ ਲਾਗਤਾਂ ਨੂੰ ਕਦੋਂ ਮਾਪਣਾ ਹੈ, ਕਿ ਪਿਛਲੇ ਖਰਚਿਆਂ ਨੂੰ ਦੇਖਣਾ ਹੈ ਜਾਂ ਫਿਰ ਪਹਿਲਾਂ ਤੋਂ ਤੈਅ ਕੀਤੇ ਸਟੈਂਡਰਡ ਨਾਲ ਤੁਲਨਾ ਕਰਨੀ ਹੈ। ਫਿਰ ਆਉਂਦੇ ਨੇ ਤਰੀਕੇ। ਇਹ ਇਸ ਗੱਲ ਤੇ ਨਿਰਭਰ ਕਰਦੇ ਨੇ ਕਿ ਕਾਰੋਬਾਰ ਬਣਾ ਕੀ ਰਿਹਾ ਹੈ, ਕੋਈ ਖਾਸ ਆਰਡਰ ਜਾਂ ਲਗਾਤਾਰ ਇੱਕੋ ਜਿਹਾ ਸਮਾਨ। ਤੇ ਆਖਿਰ ਵਿੱਚ ਤਕਨੀਕਾਂ। ਇਹ ਫੈਸਲੇ ਲੈਣ ਦੇ ਵੱਖ-ਵੱਖ ਤਰੀਕੇ ਨੇ, ਪਰ ਯਾਦ ਰੱਖੋ ਇਹਨਾਂ ਸਾਰੇ ਔਜ਼ਾਰਾਂ ਦਾ ਮਕਸਦ ਇੱਕੋ ਹੀ ਹੈ, ਲਾਗਤ ਨੂੰ ਸਹੀ ਤਰੀਕੇ ਨਾਲ ਸਮਝਣਾ। ਖੈਰ, ਹੁਣ ਜਦੋਂ ਸਾਰੀਆਂ ਲਾਗਤਾਂ ਦਾ ਪਤਾ ਲੱਗ ਗਿਆ ਤਾਂ ਅਗਲਾ ਕਦਮ ਆਉਂਦਾ ਹੈ। ਸਾਰੀ ਜਾਣਕਾਰੀ ਤਾਂ ਇਕੱਠੀ ਹੋ ਗਈ, ਪਰ ਹੁਣ ਉਸ ਨੂੰ ਤਰਤੀਬ 'ਚ ਲਗਾਉਣਾ ਵੀ ਤਾਂ ਜ਼ਰੂਰੀ ਹੈ। ਇਸੇ ਨੂੰ ਕਹਿੰਦੇ ਨੇ ਯੋਜਨਾਬੱਧ ਲੇਖਾ-ਜੋਖਾ। ਇੱਥੇ ਸਾਰੇ ਡਾਟਾ ਨੂੰ ਇੱਕ ਸਹੀ ਅਤੇ ਭਰੋਸੇਮੰਦ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ। ਤੇ ਇਹ ਹੁੰਦਾ ਕਿਵੇਂ ਹੈ? ਦੇਖੋ, ਇਸ ਵਿੱਚ ਹਰ ਖਰਚੇ ਨੂੰ ਜਦੋਂ ਹੋਇਆ ਉੱਥੋਂ ਲੈ ਕੇ ਜਿੱਥੇ ਉਸ ਨੂੰ ਚਾਰਜ ਕੀਤਾ ਗਿਆ ਪੂਰਾ ਰਿਕਾਰਡ ਕੀਤਾ ਜਾਂਦਾ ਹੈ। ਹਰ ਖਰਚੇ ਨੂੰ ਉਸ ਦੇ ਸਹੀ ਵਿਭਾਗ, ਸਹੀ ਉਤਪਾਦ ਜਾਂ ਸਹੀ ਸੇਵਾ ਨਾਲ ਜੋੜਿਆ ਜਾਂਦਾ ਹੈ। ਇਸ ਕੰਮ ਲਈ ਡਬਲ ਐਂਟਰੀ ਸਿਸਟਮ ਵਰਗੇ ਤਰੀਕੇ ਵਰਤੇ ਜਾਂਦੇ ਨੇ ਤਾਂ ਕਿ ਕੋਈ ਗਲਤੀ ਨਾ ਹੋਵੇ। ਤੇ ਸਭ ਤੋਂ ਜ਼ਰੂਰੀ ਗੱਲ, ਵਿੱਤੀ ਖਾਤਿਆਂ ਨਾਲ ਮਿਲਾਨ ਕਰਕੇ ਇਹ ਪੱਕਾ ਕੀਤਾ ਜਾਂਦਾ ਹੈ ਕਿ ਸਭ ਕੁਝ ਸਹੀ ਹੈ। ਇੱਥੇ ਸ਼ੁੱਧਤਾ ਹੀ ਸਭ ਕੁਝ ਹੈ। ਠੀਕ ਹੈ, ਤਾਂ ਹੁਣ ਤੱਕ ਆਪਾਂ ਡਾਟਾ ਇਕੱਠਾ ਵੀ ਕਰ ਲਿਆ ਤੇ ਉਸ ਨੂੰ ਤਰਤੀਬ 'ਚ ਵੀ ਲਗਾ ਲਿਆ। ਪਰ ਸਿਰਫ ਡਾਟਾ ਇਕੱਠਾ ਕਰਨਾ ਹੀ ਕਾਫੀ ਨਹੀਂ ਹੈ, ਨਾ? ਹੁਣ ਵਾਰੀ ਹੈ ਉਸ ਡਾਟਾ ਨੂੰ ਵਰਤਣ ਦੀ, ਉਸ ਨੂੰ ਅਨੁਸ਼ਾਸਨ ਵਿੱਚ ਬਦਲਣ ਦੀ। ਤੇ ਇਹ ਹੈ ਆਪਣਾ ਤੀਜਾ ਕਦਮ, ਨਿਯੰਤਰਣ। ਤੇ ਇੱਕ ਗੱਲ ਸਾਫ਼ ਕਰ ਲਈਏ, ਲਾਗਤ ਨਿਯੰਤਰਣ ਦਾ ਮਤਲਬ ਸਿਰਫ ਖਰਚੇ ਘਟਾਉਣਾ ਜਾਂ ਕੰਜੂਸੀ ਕਰਨਾ ਨਹੀਂ ਹੈ। ਬਿਲਕੁਲ ਨਹੀਂ। ਇਸ ਦਾ ਅਸਲ ਮਤਲਬ ਇਹ ਪੱਕਾ ਕਰਨਾ ਹੈ ਕਿ ਜੋ ਵੀ ਪੈਸਾ ਖਰਚਿਆ ਜਾ ਰਿਹਾ ਹੈ ਉਹ ਸਹੀ ਥਾਂ ਤੇ ਕਾਰੋਬਾਰ ਦੇ ਟੀਚਿਆਂ ਦੇ ਹਿਸਾਬ ਨਾਲ ਖਰਚਿਆ ਜਾ ਰਿਹਾ ਹੈ। ਇਹ ਖਰਚੇ ਨੂੰ ਕੰਟਰੋਲ ਕਰਨਾ ਨਹੀਂ, ਸਗੋਂ ਉਸ ਨੂੰ ਸਹੀ ਦਿਸ਼ਾ ਦੇਣਾ ਹੈ। ਤਾਂ ਇਹ ਨਿਯੰਤਰਣ ਕੀਤਾ ਕਿਵੇਂ ਜਾਂਦਾ ਹੈ? ਬਹੁਤ ਸੌਖਾ ਸਿਧਾਂਤ ਹੈ। ਬਸ 2 ਚੀਜ਼ਾਂ ਦੀ ਤੁਲਨਾ ਕਰਨੀ ਹੈ। ਪਹਿਲੀ, ਅਸੀਂ ਅਸਲ ਵਿੱਚ ਕਿੰਨਾ ਖਰਚ ਕਰ ਰਹੇ ਹਾਂ, ਤੇ ਦੂਜੀ, ਅਸੀਂ ਕਿੰਨਾ ਖਰਚ ਕਰਨ ਦੀ ਯੋਜਨਾ ਬਣਾਈ ਸੀ। ਜਦੋਂ ਇਹਨਾਂ ਦੋਵਾਂ ਦੀ ਤੁਲਨਾ ਹੁੰਦੀ ਹੈ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਗੱਲ ਸਹੀ ਜਾ ਰਹੀ ਹੈ ਅਤੇ ਕਿੱਥੇ ਸੁਧਾਰ ਦੀ ਲੋੜ ਹੈ। ਅਤੇ ਹੁਣ ਅਸੀਂ ਪਹੁੰਚਦੇ ਹਾਂ ਆਖਰੀ ਅਤੇ ਸਭ ਤੋਂ ਜ਼ਰੂਰੀ ਕਦਮ ਤੇ। ਇੱਥੇ ਆ ਕੇ ਪਿਛਲੀ ਸਾਰੀ ਮਿਹਨਤ ਦਾ ਅਸਲ ਫਲ ਮਿਲਦਾ ਹੈ। ਇਹ ਹੈ ਰਣਨੀਤਿਕ ਰਿਪੋਰਟਿੰਗ। ਦੇਖੋ, ਇਸ ਬਾਰੇ ਇੱਕ ਬਹੁਤ ਹੀ ਸਪਸ਼ਟ ਗੱਲ ਕਹੀ ਗਈ ਹੈ। ਲਾਗਤ ਦੀ ਪੇਸ਼ਕਾਰੀ ਹੀ ਕਾਸਟ ਅਕਾਊਂਟਿੰਗ ਦਾ ਅੰਤਿਮ ਕਾਰਜ ਹੈ।
ਮਤਲਬ ਤੁਸੀਂ ਭਾਵੇਂ ਜਿੰਨਾ ਮਰਜ਼ੀ ਡਾਟਾ ਇਕੱਠਾ ਕਰ ਲਓ, ਜੇ ਉਸ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਤਾਂ ਉਹ ਸਭ ਬੇਕਾਰ ਹੈ। ਪੇਸ਼ਕਾਰੀ ਹੀ ਸਭ ਕੁਝ ਹੈ। ਤੇ ਇਹ ਰਿਪੋਰਟਾਂ ਜਾਂਦੀਆਂ ਕਿੱਥੇ ਨੇ? ਇਹ ਜਾਂਦੀਆਂ ਨੇ ਮੈਨੇਜਮੈਂਟ ਕੋਲ, ਤੇ ਉਹ ਇਸ ਦੀ ਵਰਤੋਂ ਕਰਦੇ ਨੇ ਭਵਿੱਖ ਦੀ ਯੋਜਨਾ ਬਣਾਉਣ ਲਈ, ਕੰਮ ਨੂੰ ਕੰਟਰੋਲ ਕਰਨ ਲਈ, ਟੀਮਾਂ ਦੇ ਪ੍ਰਦਰਸ਼ਨ ਨੂੰ ਪਰਖਣ ਲਈ ਅਤੇ ਸਭ ਤੋਂ ਵੱਧ ਵੱਡੇ ਅਤੇ ਮਹੱਤਵਪੂਰਨ ਫੈਸਲੇ ਲੈਣ ਲਈ, ਜਿਵੇਂ ਕਿ ਕੋਈ ਨਵਾਂ ਉਤਪਾਦ ਬਾਜ਼ਾਰ ਵਿੱਚ ਉਤਾਰਨਾ ਚਾਹੀਦਾ ਹੈ, ਕਿ ਕਿਸੇ ਚੀਜ਼ ਦੀ ਕੀਮਤ ਵਧਾਉਣ ਦੀ ਲੋੜ ਹੈ। ਇਹ ਸਾਰੇ ਫੈਸਲੇ ਇਹਨਾਂ ਰਿਪੋਰਟਾਂ ਤੇ ਹੀ ਤਾਂ ਟਿਕੇ ਹੁੰਦੇ ਨੇ। ਤਾਂ ਜੇਕਰ ਅਸੀਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ 4 ਕਦਮ ਇੱਕ ਬਹੁਤ ਹੀ ਸ਼ਕਤੀਸ਼ਾਲੀ ਚੱਕਰ ਬਣਾਉਂਦੇ ਨੇ ਜੋ ਲਗਾਤਾਰ ਚੱਲਦਾ ਰਹਿੰਦਾ ਹੈ। ਪਹਿਲਾਂ ਲਾਗਤ ਦਾ ਪਤਾ ਲਗਾਓ, ਫਿਰ ਉਸ ਨੂੰ ਰਿਕਾਰਡ ਕਰੋ, ਫਿਰ ਨਿਯੰਤਰਣ ਕਰੋ ਅਤੇ ਅੰਤ ਵਿੱਚ ਰਿਪੋਰਟ ਤਿਆਰ ਕਰੋ ਤੇ ਫਿਰ ਦੁਬਾਰਾ। ਇਹ ਚੱਕਰ ਕਦੇ ਰੁਕਦਾ ਨਹੀਂ ਅਤੇ ਇਹੀ ਕਾਰੋਬਾਰ ਨੂੰ ਹਮੇਸ਼ਾ ਬਿਹਤਰ ਬਣਾਉਂਦਾ ਰਹਿੰਦਾ ਹੈ। ਤਾਂ ਆਖਿਰ ਵਿੱਚ ਇੱਕ ਸਵਾਲ ਜਿਸ ਤੇ ਸੋਚਣਾ ਬਣਦਾ ਹੈ ਕਿ ਕੋਈ ਕਾਰੋਬਾਰ ਸਿਰਫ ਆਪਣੀਆਂ ਲਾਗਤਾਂ ਦੀ ਗਿਣਤੀ ਕਰ ਰਿਹਾ ਹੈ, ਮਤਲਬ ਸਿਰਫ ਖਰਚੇ ਗਿਣ ਰਿਹਾ ਹੈ, ਜਾਂ ਫਿਰ ਉਹ ਆਪਣੀਆਂ ਲਾਗਤਾਂ ਨੂੰ ਸਾਰਥਕ ਬਣਾ ਰਿਹਾ ਹੈ। ਸਿਰਫ ਖਰਚੇ ਗਿਣਨ ਅਤੇ ਖਰਚਿਆਂ ਨੂੰ ਸਾਰਥਕ ਬਣਾਉਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।